ਗੁੱਡ ਮੋਰਨਿੰਗ ਸਟੂਡੈਂਟਸ। ਅੱਜ ਅਸੀਂ ਸੁਗਾਤ ਪੰਜਾਬੀ ਪਾਠਮਾਲਾ 8ਵੀਂ ਜਮਾਤ ਦਾ ਪਾਠ ਨੰਬਰ 3 ਪੜ੍ਹਨ ਜਾ ਰਹੇ ਹਾਂ, ਜਿਸ ਦਾ ਨਾਮ ਹੈ ਕਰ ਖੁਸ਼ੀਆਂ ਦੀ ਸਾਂਝ। ਸੋ ਪਿਆਰੇ ਬੱਚਿਓ, ਇਸ ਪਾਠ ਰਾਹੀਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਦੂਸਰਿਆਂ ਦੀ ਮਦਦ ਕਰਨਾ ਅਸਲ ਵਿੱਚ ਆਪਣੀ ਮਦਦ ਕਰਨਾ ਹੁੰਦਾ ਹੈ। ਅਸੀਂ ਜੋ ਕੁਝ ਵੀ ਦੁਨੀਆ ਨੂੰ ਦਿੰਦੇ ਹਾਂ ਉਹੀ ਵਾਪਸ ਮੁੜ ਕੇ ਸਾਡੇ ਕੋਲ ਆਉਂਦਾ ਹੈ। ਇਸ ਲਈ ਖੁਸ਼ੀਆਂ ਵੰਡੋ ਅਤੇ ਖੁਸ਼ ਰਹੋ। ਇਹੀ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਜਿਉਣ ਦਾ ਸਹੀ ਤਰੀਕਾ ਹੈ। ਸੋ ਆਓ ਸ਼ੁਰੂ ਕਰਦੇ ਹਾਂ ਇਹ ਕਹਾਣੀ। ਤਾਂ ਇਹ ਕਹਾਣੀ ਇੱਕ ਛੋਟੀ ਲੜਕੀ ਸ਼ਰੂਤੀ ਦੀ, ਜਿਸ ਨੂੰ ਟੌਫੀਆਂ ਖਾਣ ਦਾ ਬਹੁਤ ਸ਼ੌਂਕ ਸੀ। ਨਵੇਂ ਸਾਲ ਦੇ ਪਹਿਲੇ ਦਿਨ ਹੀ ਸ਼ਰੂਤੀ ਆਪਣੇ ਘਰ ਦੀ ਖਿੜਕੀ ਵਿੱਚ ਬੈਠੀ ਸੋਚ ਰਹੀ ਸੀ ਕਿ ਨਵੇਂ ਸਾਲ ਵਿੱਚ ਕੁਝ ਵਧੀਆ ਹੋਣਾ ਚਾਹੀਦਾ ਹੈ। ਪਰ ਅੱਜ ਉਹ ਥੋੜ੍ਹੀ ਉਦਾਸ ਸੀ, ਕਿਉਂਕਿ ਕੁਝ ਦੇਰ ਪਹਿਲਾਂ ਹੀ ਉਸ ਦੀ ਪੱਕੀ ਸਹੇਲੀ ਪ੍ਰੀਤੀ ਨਾਲ ਲੜਾਈ ਹੋ ਗਈ ਸੀ। ਉਹ ਆਪਣੇ ਖਿਆਲਾਂ ਵਿੱਚ ਇੰਨੀ ਗੁਆਚ ਗਈ ਜਿਵੇਂ ਅਜੇ ਵੀ ਉਹ ਪ੍ਰੀਤੀ ਨਾਲ ਲੜ ਰਹੀ ਹੋਵੇ। ਫਿਰ ਅਚਾਨਕ ਉੱਠੀ ਅਤੇ ਸ਼ੰਭੂ ਚਾਚੇ ਦੀ ਦੁਕਾਨ 'ਤੇ ਚਲੀ ਗਈ। ਸ਼ੰਭੂ ਚਾਚੇ ਦੀ ਟੌਫੀਆਂ ਅਤੇ ਚੋਕਲੇਟਾਂ ਦੀ ਦੁਕਾਨ ਸੀ, ਜਿਹੜੇ ਸ਼ਰੂਤੀ ਨੂੰ ਬਹੁਤ ਪਸੰਦ ਸਨ। ਸ਼ੰਭੂ ਚਾਚੇ ਨੇ ਝੱਟ ਹੀ ਭਾਂਪ ਲਿਆ ਕਿ ਅੱਜ ਕੁਝ ਗੜਬੜ ਹੈ। ਸ਼ਰੂਤੀ ਬਹੁਤ ਗੁੱਸੇ ਵਿੱਚ ਹੈ। ਕੀ ਗੱਲ ਹੈ ਸ਼ਰੂਤੀ, ਅੱਜ ਫੇਰ ਬੰਟੀ ਨਾਲ ਲੜਾਈ ਹੋ ਗਈ ਹੈ? ਸ਼ੰਭੂ ਚਾਚੇ ਨੇ ਪੁੱਛਿਆ। ਸ਼ੰਭੂ ਚਾਚਾ ਸ਼ਰੂਤੀ ਦੇ ਦੋਸਤ ਹੀ ਨਹੀਂ, ਸਗੋਂ ਉਸਦੇ ਵੱਡੇ ਰਾਜ਼ਦਾਰ ਅਤੇ ਭਰੋਸੇਮੰਦ ਵੀ ਸਨ। ਸ਼ਰੂਤੀ ਨੇ ਦੱਸਣਾ ਸ਼ੁਰੂ ਕੀਤਾ ਕਿ ਅੱਜ ਉਸਦਾ ਮਨ ਕਿਉਂ ਉਦਾਸ ਹੈ। ਸ਼ੰਭੂ ਚਾਚਾ, ਇਸ ਵਾਰ ਬੰਟੀ ਨਹੀਂ ਪ੍ਰੀਤੀ ਹੈ। ਉਹ ਹਮੇਸ਼ਾ ਮੇਰੀ ਪੱਕੀ ਸਹੇਲੀ ਹੋਣ ਦਾ ਨਾਟਕ ਕਰਦੀ ਰਹਿੰਦੀ ਹੈ। ਅੱਜ ਬਸ ਬੇਕਾਰ ਜਿਹੀ ਗੱਲ 'ਤੇ ਹੀ ਮੇਰੀ ਉਸ ਨਾਲ ਲੜਾਈ ਹੋ ਗਈ। ਹੁਣ ਸਾਡੀ ਬੋਲਚਾਲ ਬੰਦ ਹੈ। ਸਹੇਲੀ ਬਣੀ ਫਿਰਦੀ ਸੀ, ਜਰਾ ਕਿੰਨੀ ਗੱਲ ਵੀ ਨਹੀਂ ਸਹਾਰ ਸਕੀ। ਦਫਾ ਹੋਵੇ, ਮੈਂ ਕੀ ਲੈਣਾ ਹੈ ਉਸ ਕੋਲੋਂ। ਜੇਕਰ ਉਸਦਾ ਮੇਰੇ ਬਿਨਾਂ ਸਰ ਸਕਦਾ ਹੈ ਤਾਂ ਮੈਂ ਵੀ ਰਹਿ ਲਵਾਂਗੀ ਉਸ ਬਿਨਾਂ। ਸ਼ਰੂਤੀ ਦਾ ਚਿਹਰਾ ਅਜੇ ਵੀ ਗੁੱਸੇ ਨਾਲ ਲਾਲ ਹੋਇਆ ਪਿਆ ਸੀ। ਉਸੇ ਵੇਲੇ ਉੱਥੇ ਸ਼ੰਭੂ ਚਾਚੇ ਦੀ ਲੜਕੀ ਰੀਆ ਆ ਗਈ। ਰੀਆ ਨੇ ਸ਼ਰੂਤੀ ਨੂੰ ਨਮਸਤੇ ਕੀਤੀ। ਫਿਰ ਉਸਨੇ ਪਿਤਾ ਕੋਲੋਂ ਕੁਝ ਚੋਕਲੇਟ ਲਏ ਅਤੇ ਪਿਆਰੀ ਜਿਹੀ ਮੁਸਕਰਾਹਟ ਬਖੇਰਦੀ ਹੋਈ ਉੱਥੋਂ ਚਲੀ ਗਈ। ਸ਼ੰਭੂ ਚਾਚੇ ਨੇ ਸ਼ਰੂਤੀ ਵੱਲ ਵੇਖਿਆ ਅਤੇ ਕਿਹਾ, ਅੱਛਾ, ਅੱਜ ਫੇਰ ਪ੍ਰੀਤੀ ਦਾ ਨੰਬਰ ਲੱਗ ਗਿਆ। ਸ਼ਰੂਤੀ, ਅੱਜ ਮੈਂ ਤੇਰੇ ਕੋਲੋਂ ਇੱਕ ਸਵਾਲ ਪੁੱਛਣਾ ਹੈ, ਦੱਸ ਜਵਾਬ ਦੇਂਗੀ ਨਾ? ਕਿਉਂ ਨਹੀਂ ਸ਼ੰਭੂ ਚਾਚਾ, ਜੋ ਮਰਜ਼ੀ ਪੁੱਛੋ, ਸ਼ਰੂਤੀ ਨੇ ਜਵਾਬ ਦਿੱਤਾ। ਦੇਖ, ਮੈਂ ਇਸ ਦੁਕਾਨ ਦਾ ਮਾਲਕ ਹਾਂ। ਮੇਰੀ ਦੁਕਾਨ ਟੌਫੀਆਂ ਅਤੇ ਚੋਕਲੇਟਾਂ ਨਾਲ ਭਰੀ ਹੈ। ਕੀ ਮੈਨੂੰ ਕਿਸੇ ਹੋਰ ਕੋਲੋਂ ਟੌਫੀਆਂ ਜਾਂ ਚੋਕਲੇਟ ਮੰਗਣ ਦੀ ਜ਼ਰੂਰਤ ਹੈ? ਸ਼ਰੂਤੀ ਨੇ ਮੋਢਿਆਂ ਨੂੰ ਛੰਡਦਿਆਂ ਕਿਹਾ, ਨਹੀਂ, ਬਿਲਕੁਲ ਵੀ ਨਹੀਂ। ਜਦੋਂ ਤੁਹਾਡੇ ਕੋਲ ਪਹਿਲਾਂ ਹੀ ਬਹੁਤ ਸਾਰੀਆਂ ਟੌਫੀਆਂ ਹਨ ਤਾਂ ਫਿਰ ਤੁਸੀਂ ਕਿਸੇ ਤੋਂ ਕਿਉਂ ਮੰਗਣ ਜਾਓਗੇ? ਸੁਣੋ, ਮੇਰੇ ਪਿਤਾ ਜੀ ਦਾ ਰੈਡੀਮੇਡ ਕੱਪੜਿਆਂ ਦਾ ਵਪਾਰ ਹੈ। ਮੈਂ ਅੱਜ ਹੀ ਨਵਾਂ ਸੂਟ ਲੈ ਕੇ ਆਈ ਹਾਂ। ਮੈਂ ਜਦੋਂ ਚਾਹਾਂ ਸੂਟ ਲੈ ਸਕਦੀ ਹਾਂ। ਮੈਨੂੰ ਕਿਧਰੇ ਵੀ ਜਾਣ ਦੀ ਜ਼ਰੂਰਤ ਨਹੀਂ। ਸੋ ਇਹ ਕਿਹੜਾ ਮੁਸ਼ਕਲ ਸਵਾਲ ਹੈ ਜੋ ਤੁਸੀਂ ਮੈਨੂੰ ਪੁੱਛ ਰਹੇ ਹੋ? ਸ਼ੰਭੂ ਚਾਚਾ ਇਹੀ ਸਭ ਸੁਣਨਾ ਚਾਹੁੰਦੇ ਸਨ। ਇਹੀ ਕੁਝ ਸ਼ਰੂਤੀ ਨੂੰ ਸਮਝਾਉਣਾ ਚਾਹੁੰਦੇ ਸਨ। ਸ਼ੰਭੂ ਚਾਚੇ ਨੇ ਸੋਚਿਆ, ਇਹੀ ਵੇਲਾ ਹੈ ਇਸ ਨੂੰ ਸਹੀ ਮਾਰਗ ਦਿਖਾਉਣ ਦਾ। ਹਾਂ, ਤੂੰ ਠੀਕ ਕਹਿ ਰਹੀ ਹੈ। ਇਸ ਦਾ ਮਤਲਬ ਹੈ ਕਿ ਜਿਸ ਚੀਜ਼ ਨਾਲ ਸਾਡੀ ਦੁਕਾਨ ਭਰੀ ਹੋਈ ਹੈ, ਉਹ ਚੀਜ਼ ਅਸੀਂ ਕਿਸੇ ਤੋਂ ਕਿਉਂ ਮੰਗੀਏ? ਸ਼ਰੂਤੀ ਨੇ ਹਾਮੀ ਭਰੀ ਕਿ ਸਾਨੂੰ ਆਪਣੀ ਦੁਕਾਨ ਹੀ ਭਰ ਕੇ ਰੱਖਣੀ ਚਾਹੀਦੀ ਹੈ। ਸ਼ੰਭੂ ਚਾਚੇ ਨੇ ਸ਼ਰੂਤੀ ਨੂੰ ਕਿਹਾ, ਸ਼ਰੂਤੀ, ਅੱਜ ਮੈਂ ਤੈਨੂੰ ਕਿਸੇ ਵਪਾਰ ਵਿੱਚ ਲਾਉਣਾ ਚਾਹੁੰਦਾ ਹਾਂ। ਤੂੰ ਵੀ ਆਪਣੀ ਦੁਕਾਨ ਖੋਲ੍ਹ ਸਕਦੀ ਹੈ, ਉਸਨੂੰ ਭਰ ਸਕਦੀ ਹੈ। ਕੀ ਗੱਲ ਕਰ ਰਹੇ ਹੋ ਸ਼ੰਭੂ ਚਾਚਾ? ਮੈਂ ਇੰਨੀ ਛੋਟੀ ਜਿਹੀ, ਮੈਂ ਭਲਾ ਕਿਹੜਾ ਵਪਾਰ ਕਰ ਸਕਦੀ ਹਾਂ? ਪੜ੍ਹਾਈ ਕਰ ਲਵਾਂ, ਉਹੀ ਬਹੁਤ ਹੈ। ਸ਼ਰੂਤੀ ਨੇ ਹੱਸ ਕੇ ਜਵਾਬ ਦਿੱਤਾ। ਉਹ ਵਪਾਰ ਪੜ੍ਹਾਈ ਵਿੱਚ ਰੁਕਾਵਟ ਨਹੀਂ, ਸਗੋਂ ਵਾਧਾ ਕਰਨ ਵਾਲਾ ਹੈ। ਉਹ ਵਪਾਰ ਹੈ ਖੁਸ਼ੀਆਂ ਵੰਡਣ ਦਾ ਵਪਾਰ। ਤੂੰ ਵੀ ਆਪਣੀ ਇੱਕ ਦੁਕਾਨ ਖੋਲ੍ਹ ਲੈ, ਜਿੱਥੇ ਕੇਵਲ ਖੁਸ਼ੀਆਂ ਹੀ ਵੰਡੀਆਂ ਜਾਣ। ਇਸ ਤਰ੍ਹਾਂ ਤੈਨੂੰ ਕਦੇ ਵੀ ਖੁਸ਼ੀਆਂ ਦੀ, ਰਹਿਮਤਾਂ ਦੀ, ਦੁਆਵਾਂ ਦੀ, ਦੋਸਤਾਂ ਦੀ ਕੋਈ ਕਮੀ ਨਹੀਂ ਰਹੇਗੀ। ਹਮੇਸ਼ਾ ਤੇਰੀ ਦਿਲ ਰੂਪੀ ਦੁਕਾਨ ਖੁਸ਼ੀਆਂ ਨਾਲ ਭਰੀ ਰਹੇਗੀ।
क्यों, सुन के कैसा लगा मेरा विचार? शंभू चाचे ने फरमाया। श्रुति जो बड़े ध्यान नाल सुन रही सी कहन लगी, खुशियां दी दुकान, वाह सुन के किन्ना चंगा लग रहा है। पर शंभू चाचा मैं किस तरह यह सब कर सकती हाँ? शंभू चाचे ने बड़ी सारी मुस्कुराहट नाल समझाया, यह बहुत ही सरल है। तू इस ਲਈ बस इन्ना ही करना है कि सवेरे जागण तो लैके रात ਨੂੰ ਸੌਣ तक सब ਨੂੰ खुशियां ही ਵੰਡਣੀਆਂ ਹਨ। ਕਿਸੇ ਨੂੰ ਦੁੱਖ ਨਹੀਂ ਦੇਣਾ, ਕਿਸੇ ਦਾ ਦਿਲ ਨਹੀਂ ਦਿਖਾਉਣਾ। ਸ਼ਰੂਤੀ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਉਹ ਕਿਵੇਂ ਕਰੇਗੀ। ਸ਼ਰੂਤੀ ਦੁਚਿੱਤੀ 'ਚ ਸੀ ਕਿ ਪਤਾ ਨਹੀਂ ਉਹ ਖੁਸ਼ੀਆਂ ਵੰਡ ਵੀ ਸਕੇਗੀ ਕਿ ਨਹੀਂ। ਉਸਨੇ ਸ਼ੰਭੂ ਚਾਚੇ ਕੋਲੋਂ ਪੁੱਛਿਆ, ਸ਼ੰਭੂ ਚਾਚਾ ਕੰਮ ਤਾਂ ਬਹੁਤ ਵਧੀਆ ਹੈ, ਪਰ ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿ ਮੈਂ ਦੂਜਿਆਂ ਦੀ ਮਦਦ ਕਿਵੇਂ ਕਰਾਂ। ਨਾਲੇ ਤੁਹਾਨੂੰ ਨਹੀਂ ਲੱਗਦਾ ਕਿ ਇਸ ਕੰਮ ਲਈ ਮੈਂ ਬਹੁਤ ਛੋਟੀ ਹਾਂ? ਸ਼ੰਭੂ ਚਾਚਾ ਸ਼ਰੂਤੀ ਦੀ ਮਾਸੂਮੀਅਤ 'ਤੇ ਥੋੜ੍ਹਾ ਮੁਸਕਰਾਏ ਤੇ ਫਿਰ ਕਿਹਾ, ਕੀ ਹੋਇਆ ਜੇ ਛੋਟੀ ਹੈ? ਤੂੰ ਆਪਣੇ ਦੋਸਤ ਬੰਟੀ ਦੀ ਪੜ੍ਹਾਈ ਵਿੱਚ ਤਾਂ ਮਦਦ ਕਰ ਸਕਦੀ ਹੈ, ਆਪਣੇ ਮਾਤਾ ਜੀ ਦੀ ਰਸੋਈ ਦੇ ਕੰਮਾਂ ਵਿੱਚ ਮਦਦ ਕਰ ਸਕਦੀ ਹੈ, ਜ਼ਰੂਰਤਮੰਦ ਬੱਚਿਆਂ ਨੂੰ ਆਪਣੇ ਖਿਡੌਣੇ, ਕਿਤਾਬਾਂ ਅਤੇ ਕੱਪੜੇ ਦੇ ਸਕਦੀ ਹੈ, ਟੌਫੀਆਂ, ਚਾਕਲੇਟ ਵੰਡ ਸਕਦੀ ਹੈ। ਦੂਜਿਆਂ ਦੀ ਮਦਦ ਕਰਕੇ ਜਿੱਥੇ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਉੱਥੇ ਤੈਨੂੰ ਉਹਨਾਂ ਤੋਂ ਵੀ ਵੱਧ ਖੁਸ਼ੀ ਮਿਲੇਗੀ। ਇੱਕ ਵਾਰ ਅਜ਼ਮਾ ਕੇ ਵੇਖ। ਸ਼ਰੂਤੀ ਦਾ ਚਿਹਰਾ ਇੱਕਦਮ ਚਮਕ ਉੱਠਿਆ। ਕਿਉਂ ਨਹੀਂ ਸ਼ੰਭੂ ਚਾਚਾ, ਨਵੇਂ ਸਾਲ ਵਿੱਚ ਇਸ ਤੋਂ ਵਧੀਆ ਕੰਮ ਹੋਰ ਕੀ ਹੋ ਸਕਦਾ ਹੈ? ਇਸ ਤੋਂ ਪਹਿਲਾਂ ਕਿ ਸ਼ਰੂਤੀ ਸ਼ੰਭੂ ਚਾਚੇ ਨੂੰ ਕੁਝ ਹੋਰ ਕਹਿੰਦੀ, ਸ਼ਰੂਤੀ ਨੇ ਵੇਖਿਆ ਕਿ ਇੱਕ ਮਜ਼ਦੂਰ ਉਹਨਾਂ ਵੱਲ ਤੁਰਿਆ ਆ ਰਿਹਾ ਸੀ। ਮਜ਼ਦੂਰ ਨੇ ਸ਼ਰੂਤੀ ਕੋਲ ਆ ਕੇ ਪੁੱਛਿਆ, ਬੇਟੀ ਇਸ ਕਾਗਜ਼ 'ਤੇ ਲਿਖੇ ਹੋਏ ਪਤੇ ਨੂੰ ਮੇਰੇ ਲਈ ਪੜ੍ਹ ਦੇਂਗੀ? ਸ਼ਰੂਤੀ ਨੇ ਸ਼ੰਭੂ ਚਾਚੇ ਵੱਲ ਵੇਖਿਆ ਤੇ ਕਿਹਾ, ਕਿਉਂ ਨਹੀਂ ਅੰਕਲ, ਮੈਂ ਇਹ ਜਗ੍ਹਾ ਜਾਣਦੀ ਹਾਂ। ਅਸਲ ਵਿੱਚ ਮੈਂ ਵੀ ਉੱਧਰ ਹੀ ਜਾ ਰਹੀ ਹਾਂ। ਮੇਰੇ ਨਾਲ ਆਓ, ਮੈਂ ਤੁਹਾਨੂੰ ਉਸ ਟਿਕਾਣੇ 'ਤੇ ਪਹੁੰਚਾ ਦੇਵਾਂਗੀ। ਸ਼ਰੂਤੀ ਜਦੋਂ ਮਜ਼ਦੂਰ ਨੂੰ ਨਾਲ ਲੈ ਕੇ ਜਾ ਰਹੀ ਸੀ ਤਾਂ ਉਸਨੂੰ ਕੁਝ ਮਹਿਸੂਸ ਹੋਇਆ। ਅੰਕਲ 1 ਮਿੰਟ ਰੁਕਣਾ, ਤੁਸੀਂ ਬਹੁਤ ਥੱਕੇ ਹੋਏ ਲੱਗ ਰਹੇ ਹੋ ਅਤੇ ਗਰਮੀ ਨਾਲ ਪਸੀਨੋ ਪਸੀਨੀ ਹੀ, ਇਸ ਲਈ